ਵਾਹਿਗੁਰੂ 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 ਧੰਨ ਗੁਰੂ ਗ੍ਰੰਥ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੀ ਹਜ਼ੂਰੀ ਅੰਦਰ ਸਵਾਏਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ, ਅਸੀਂ ਜਿੰਨੇ ਕੁ ਸਰੀਰ ਹਰ ਹਫ਼ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀ ਸੁਰਤ, ਆਪਣੀ ਮਤ, ਆਪਣੀ ਬੁੱਧ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜ ਕੇ ਆਪਣੇ ਜੀਵਨ ਦੇ ਨਜ਼ਰੀਏ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਜੋੜਨ ਦਾ ਯਤਨ ਕਰਦਿਆਂ ਆਪਣੀ ਅਵਸਥਾ ਨੂੰ ਸਮਝਣ ਦਾ ਯਤਨ ਕਰਦੇ ਹਾਂ। ਦੁਨੀਆ ਦੀ, ਸੰਸਾਰ ਦੀ ਅਵਸਥਾ ਨੂੰ ਸਤਿਗੁਰਾਂ ਦੀ ਪਾਵਨ ਤੇ ਪਵਿੱਤਰ ਗੁਰਬਾਣੀ ਨੂੰ, ਕਿਉਂਕਿ ਜੋ ਅੰਦਰ ਦਾ ਸਕੂਨ ਹੈ ਨਾ, ਉਹ ਬਿਨਾਂ ਪ੍ਰਮਾਤਮਾ ਨੂੰ ਅੰਤਰ ਧਿਆਨ ਧਾਰਨ ਕੀਤੇ ਤੋਂ ਬਿਨਾਂ ਇਹਦਾ ਅੰਦਰ ਦੇ ਆਨੰਦ ਵਾਲਾ ਜੀਵਨ, ਅੰਦਰ ਦੀ ਖੁਸ਼ੀ ਵਾਲਾ ਜੀਵਨ, ਅੰਦਰ ਦੀ ਸੰਤੁਸ਼ਟੀ ਵਾਲਾ ਜੀਵਨ ਇਹ ਬਿਨਾਂ ਗੁਰੂ ਤੋਂ ਐਸਾ ਜੀਵਨ ਨਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਔਰ ਨਾ ਹੀ ਜਿਉਇਆ ਜਾ ਸਕਦਾ ਹੈ। ਆਮ ਮਨੁੱਖ ਦਾ ਸੁਭਾਅ ਜਿਹੜਾ ਸਾਡਾ ਉਹ ਇਹ ਹੈ ਵੀ ਕਦੇ ਖੁਸ਼ੀ ਦੇ ਮੂਡ ਵਿੱਚ ਹੁੰਦੇ ਆ, ਕਦੇ ਤਣਾਅ ਦੇ ਮੂਡ ਵਿੱਚ ਹੁੰਦੇ ਆ, ਕਦੇ ਰਜੇਵਿਆਂ ਦੇ ਮੂਡ 'ਚ ਹੁੰਦੇ ਆ, ਕਦੇ ਅਸੀਂ ਦਾਨੀ ਬਣੇ ਹੁੰਦੇ ਆ, ਕਦੇ ਜਿਹੜੇ ਸਾਡੇ ਆਪਣੇ ਨੇ ਉਹਨਾਂ ਦੇ ਮਨ ਦੇ ਵਿੱਚ ਕਟਾਕਸ਼ ਪੈਦਾ ਹੁੰਦੀ ਹੈ। ਇਹ ਜਿਹੜੀਆਂ ਇਹ ਸਾਰੀਆਂ ਬੁਰਾਈਆਂ ਦੀ ਮਾਇਆ ਦੀ ਮੈਲ ਹੈ। ਤੇ ਜਿੰਨਾ ਚਿਰ ਇਹ ਮੈਲ ਲੱਗੀ ਹੈ ਨਾ, ਉਹਨਾਂ ਚਿਰ
ਸੁਰਤ ਤੇ ਪ੍ਰਮਾਤਮਾ ਦਾ ਮੇਲ ਕਰਨਾ ਬੜਾ ਔਖਾ ਹੈ, ਇਕਾਗਰ ਚਿੱਤ ਕਰਨਾ ਬੜਾ ਔਖਾ ਹੈ। ਜਿਵੇਂ ਜਿਵੇਂ ਸਾਡੇ ਅੰਦਰੋਂ ਇਹ ਔਗਣ ਜਿਹੜੇ ਨੇ ਇਹ ਜਿਵੇਂ ਜਿਵੇਂ ਮਿਟਣਗੇ, ਤਿਵੇਂ ਤਿਵੇਂ ਅੰਦਰ ਸੰਤੁਸ਼ਟੀ ਵਾਲੇ ਪਾਸੇ ਵਧੇਗਾ। ਜਿਵੇਂ ਜਿਵੇਂ ਪਰਾਈ ਈਰਖਾ, ਜਿਹੜਾ ਧਿਆਨ ਦੂਜੇ ਵਾਲੇ ਪਾਸੇ ਜਾਂਦਾ ਸਾਡਾ, ਉਹਨਾਂ ਵਾਲੇ ਪਾਸੇ ਜਿਨ੍ਹਾਂ ਦੀ ਸਾਡੇ ਨਾਲ ਨਹੀਂ ਬਣਦੀ, ਜਿਹੜੇ ਸਾਡੇ ਅੰਦਰੋਂ ਵਿਰੋਧ ਨੇ, ਬੇਸ਼ੱਕ ਉਹ ਹੁੰਦੇ ਨਹੀਂ ਪਰ ਸਾਡੇ ਮਨਾਂ ਵਿੱਚ ਉਹ ਫਿੱਟ ਕੀਤੇ ਹੁੰਦੇ ਆ ਵੀ ਫਲਾਣਾ ਮੇਰੇ ਵਿਰੋਧ ਵਿੱਚ ਹੈ, ਭਾਵੇਂ ਪਰਿਵਾਰ ਦੇ ਵਿੱਚੋਂ ਮੈਂਬਰ ਹੋਵੇ, ਭਾਵੇਂ ਮਹੱਲੇ ਚੋਂ ਮੈਂਬਰ ਹੋਵੇ ਕੋਈ, ਭਾਵੇਂ ਰਿਸ਼ਤੇਦਾਰੀ ਚੋਂ ਹੋਵੇ, ਉਹਦਾ ਅਕਸਰ ਸਾਡੀ ਮੱਤ ਤੇ ਬੁੱਧ ਤੇ ਫਿੱਟ ਹੋਇਆ ਹੁੰਦਾ। ਉਹਨੇ ਕੋਈ ਵੀ ਗੱਲ ਕਰਨੀ ਹੈ ਨਾ, ਅਸੀਂ ਉਹਨੂੰ ਉਸੇ ਐਂਗਲ ਤੋਂ ਵੇਖਣਾ ਜਿਹੜੇ ਐਂਗਲ 'ਚ ਅਸੀਂ ਉਹਨੂੰ ਫਿੱਟ ਕੀਤਾ ਹੋਵੇ। ਆਪਾਂ ਉੱਥੇ ਇਹ ਸਿਆਣਪ ਦੀ ਵਰਤੋਂ ਵੀ ਕਰਦੇ ਹਾਂ ਵੀ ਸੁਣਦੇ ਸਭ ਦੀ ਹੈ, ਕਰਦੇ ਮਨ ਦੀ ਹੈ। ਇਹ ਜਿਹੜੀਆਂ ਸੰਸਾਰ ਦੇ ਨਾਲ ਜੁੜੀਆਂ ਬਿਰਤੀਆਂ ਨੇ, ਇਹ ਤੁਹਾਨੂੰ ਇੱਕ ਦੇ ਨਾਲ ਜੁੜਨ ਤੋਂ ਰੁਕਾਵਟ ਪੈਦਾ ਕਰਨਗੀਆਂ। ਇੱਕ ਦੇ ਨਾਲ ਨਹੀਂ ਜੁੜਿਆ ਜਾਣਾ। ਜਿਵੇਂ ਜਿਵੇਂ ਅੰਦਰੋਂ ਇਸ ਸੰਸਾਰ ਦਾ ਤੌਗਲਾ ਖਤਮ ਹੁੰਦਾ ਹੈ, ਸੰਸਾਰ ਦੀਆਂ ਜਿਹੜੀਆਂ ਆਪੂ ਲਈਆਂ ਹੋਈਆਂ ਜ਼ਿੰਮੇਵਾਰੀਆਂ ਨੇ ਉਹ ਖਤਮ ਹੁੰਦੀਆਂ ਹੈ। ਕਿਵੇਂ ਕਿਵੇਂ ਸੰਸਾਰ ਦੇ ਵਿੱਚ ਇਹ ਬਿਰਤੀਆਂ ਵੀ ਜਨਮ ਲੈ ਰਹੀਆਂ। ਸੋ ਇੱਕ ਦੇ ਨਾਲ ਜੁੜਨ ਵਾਸਤੇ ਬਿਲਕੁਲ ਇਕਾਗਰ ਚਿੱਤ ਹੋਣਾ ਚਾਹੀਦਾ ਹੈ। ਕਿਸੇ ਤਰ੍ਹਾਂ ਦਾ ਕੋਈ ਫੁਰਨਾ ਨਾ ਹੋਵੇ, ਕਿਸੇ ਵਾਸਤੇ ਭਾਵੇਂ ਕੋਈ ਆਪਣਾ ਭਾਵੇਂ ਬੇਗਾਨਾ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਸਾਡੇ ਨਾਲ ਸੰਬੰਧ ਰੱਖਦਾ ਹੈ, ਉਹ ਸਾਡੇ ਬਾਰੇ ਕਿਵੇਂ ਸੋਚਦਾ ਹੈ, ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਕੇ ਕੇਵਲ ਆਪਣੀ ਜਿਹੜੀ ਜਿਗਿਆਸਾ ਹੈ, ਜਿਹੜੀ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ तुम्हारे देखे, बड़े जन्म हो गए संसार के जन्म लेने हैं, जिंदगी सुखा के दुखा के रलेवियां जिउने हैं, रोंदे और हसते चले जाते, और सिलसिला चलते कई जन्म हो गए। जो महापुरख दसदे कहते बड़े भागा वाले होंगे हैं जिन्होंने ये गल समझ में आ जाए, ये गल समझ में आ जाए, अपने जीवन में सहज में लैके आए। अज का जो समय है ना, इन्ना स्ट्रैस है भी किसी को 2 मिनट की भी फुर्सत है नहीं। इन्ना सुरती नूं बिजी किया हुआ है। बेशक फोन के रजीमां दे विच वक्रे वक्रे पक्ष ने, जिहो जी किसी की मुराद है उहो जी पक्खां नाल जुड़िया हुआ है और दिन रात जुड़िया हुआ है। ये जिहड़ी सुरती नदी के वहण वांगू बह रही है, ये तुहानूं लैके किधर नूं जा रही है, आ समझण दा विषय है। जो सवेर तो लैके शाम तक जिहड़ी सुरती साडे अंदर साडी बुद्ध बन के, साडी सोच समझ बन के साडे विच वरतदी है, ये सारे दिन के जिहड़े काम काज ने, बोल बाणी है, रहन बहन है, वेखण चखण है, चलन फिरन है, सानू साडा अपना बचना पैना है। और सुरती नूं 2 मिनट विराम देना पैना कि 2 मिनट चौंकड़ा मार के बह जाओ। रात नूं सौण लगे 2 मिनट
ਚੌਂਕੜਾ ਮਾਰ ਕੇ ਬਹਿ ਜਾਓ, ਸੋਚੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਹੜੇ ਕਿਹੜੇ ਕਹੇ ਜੇ ਕੰਮ ਮਹਾਰਾਜ ਨੇ ਕਰਵਾਏ ਮੇਰੇ ਤੋਂ, ਕਿਹੋ ਜਿਹੇ ਕੰਮ, ਕਿਹੋ ਜਿਹੇ ਬੋਲ ਬੋਲੇ ਗਏ, ਕਿਹੋ ਜਿਹੇ ਲੋਕ ਮਿਲੇ ਸਾਨੂੰ ਸਾਰਾ ਦਿਨ, ਕਿੰਨੇ ਕੁ ਚੰਗੇ ਕਿੰਨੇ ਕੁ ਮਾੜੇ। ਕਿੰਨੇ ਕੁ ਭਲੇ ਕਿੰਨੇ ਕੁ ਬੁਰੇ, ਕਿੰਨੇ ਕੁ ਆਪਣੇ ਕਿੰਨੇ ਕੁ ਬਗਾਨੇ, ਕਿੰਨੇ ਕੁ ਮਿਲੇ ਸਾਰਾ ਦਿਨ। ਅਸੀਂ ਕੀ ਕੁਝ ਸੋਚਿਆ ਉਹਨਾਂ ਬਾਰੇ ਕਿ ਰਾਤ ਨੂੰ ਸੌਣ ਲੱਗਿਆ 2 ਮਿੰਟ ਬਹਿ ਕੇ ਆਰਾਮ ਨਾਲ ਸੋਚੇ ਤੇ ਫਿਰ ਆਪਣੇ ਆਪ ਤੋਂ ਸਵਾਲ ਪੁੱਛੇ ਵੀ ਤੂੰ ਜੰਮਣ ਤੋਂ ਪਹਿਲਾਂ ਕਿੱਥੇ ਸੀ, ਇਹ ਜਨਮ ਤੋਂ ਪਹਿਲਾਂ ਕਿੱਥੇ ਸਕੇ। ਆਪਣੇ ਆਪ ਨੂੰ ਸਵਾਲ ਪੁੱਛੇ ਤੇ ਦੁਨੀਆ ਤੇ ਆਇਆ ਕੀ ਲੈਣ, ਆਪਣੇ ਆਪ ਨੂੰ ਪੁੱਛੇ ਦੁਨੀਆ ਤੇ ਜਨਮ ਲੈਣ ਤੋਂ ਪਹਿਲਾਂ ਕਿੱਥੇ ਸੀ ਤੂੰ, ਤੇਰਾ ਮਾਂ ਬਾਪ ਇਹ ਕਿੱਥੇ ਸੀ, ਇਹ ਉਦੋਂ ਕੌਣ ਸੀ, ਕੀ ਕਰਦੇ ਸੀ, ਕਿੱਥੇ ਇਕੱਠੇ ਹੋਏ ਤੁਸੀਂ, ਕਿੱਥੇ ਕਿਵੇਂ ਲਿਖੜੇ। ਇਹਨਾਂ ਗੱਲਾਂ ਦੀ ਕੋਈ ਸਮਝ ਨਹੀਂ। ਬਸ ਜਨਮ ਲੈ ਕੇ ਆਏ ਕਿਸ ਵਾਸਤੇ ਆ, ਕਦੇ ਗੰਭੀਰਤਾ ਨਾਲ ਸੋਚਿਆ ਹੀ ਨਹੀਂ, ਕਦੇ ਬਹਿ ਕੇ 2 ਘੜੀ ਇਹ ਗੱਲਾਂ ਸੋਚੀਆਂ ਹੀ ਨਹੀਂ ਵੀ ਆਖਰਕਾਰ ਇਹ ਏਡਾ ਵੱਡਾ ਜਨਮ ਹੈ, 84 ਲੱਖ ਜੂਨੀਆਂ ਦਾ ਸਰਦਾਰ ਗਿਣਿਆ ਜਾਂਦਾ ਹੈ। ਮੈਨੂੰ ਜਨਮ ਮਿਲਿਆ ਕਿ ਮਿਲਿਆ ਕਾਹਦੇ ਵਾਸਤੇ ਹੈ। ਜੇ ਸਤਿਗੁਰਾਂ ਦੇ ਵਚਨ ਪੜ੍ਹੀਏ ਸੁਣੀਏ ਤੇ ਮਹਾਰਾਜ ਬਚਨੇ ਭਈ ਪ੍ਰਾਪਤ ਮਾਨੁਖ ਦੇ ਹੁਜਿਆ, ਗੋਬਿੰਦ ਮਿਲਣ ਕੀ ਤੇਰੀ ਬੜੀਆ। ਮਹਾਰਾਜ ਕਹਿੰਦੇ ਇਹ ਮਨੁੱਖਾ ਜਨਮ ਵੱਡੇ ਭਾਗਾਂ ਨਾਲ ਤੈਨੂੰ ਪ੍ਰਾਪਤ ਹੋਇਆ ਤੇ ਅਗਲੀ ਵੱਡੀ ਗੱਲ ਇਹ ਹੈ ਵੀ ਇਸੇ ਜਨਮ ਵਿੱਚ ਤੈਨੂੰ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ, ਵਰਨਾ 84 ਲੱਖ ਜੂਨ ਹੈ ਤੂੰ ਗੇੜੇ ਕੱਢਦਾ ਫਿਰਦਾ ਹੈ, ਤੇਰਾ ਹਜੇ ਤੱਕ ਨੰਬਰ ਨਹੀਂ ਆਇਆ। ਪੁੱਛੇ ਆਪਣੇ ਆਪ ਨੂੰ ਵੀ ਇਸ ਜਨਮ ਤੋਂ ਪਹਿਲਾਂ ਕਿੱਥੇ ਸੀ, ਤੇ ਫਿਰ ਆਪਣੇ ਆਪ ਨੂੰ ਪੁੱਛੇ ਵੀ ਤੂੰ ਕਿੱਥੇ ਆਇਆ ਕੀ ਲੈਣ। ਤੇ ਵੇਖੋ ਦੁਨੀਆ ਦੇ ਗੁਰੂ ਤੋਂ ਵੱਡਾ ਕੋਈ ਸਾਖੀ ਨਹੀਂ ਹੁੰਦਾ, ਗੁਰੂ ਤੋਂ ਵੱਡਾ ਕੋਈ ਸਲਾਹਕਾਰ ਨਹੀਂ ਹੁੰਦਾ। ਬਾਬਾ ਕਬੀਰ ਸਾਹਿਬ ਜੀ ਦੇ ਜਨਮ ਬਾਰੇ ਬੜੇ ਬੇਸ਼ਕੀਮਤੀ ਬਚਨ ਬਖਸ਼ਿਸ਼ ਕਰਦੇ ਹੈ। ਕਹਿੰਦੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰੇ ਵਾਰ, ਜੋ ਬਨ ਫਲ ਪਾਕੇ ਭੋਏ ਮਿਰੇ ਲੱਗੇ ਨਾ। ਕਹਿੰਦੇ ਇੱਕ ਵਾਰੀ ਟੁੱਟ ਕੇ ਟਾਹਣੀ ਨਾਲ ਡਿੱਗ ਪੈਣ ਤੇ ਫਿਰ ਦੁਬਾਰਾ ਮੁੜ ਕੇ ਟਾਹਣੀ ਨਾਲ ਲੱਗਦੇ। ਇਵੇਂ ਹੀ ਇਹ ਜਨਮ ਹੈ ਨਾ ਜਿਹੜਾ, ਹੁਣ ਵੇਖੋ ਸਾਰੀ ਜ਼ਿੰਦਗੀ ਖਾਸ ਤਰ੍ਹਾਂ ਦੇ ਕਰਮ ਕਰਦਾ ਰਿਹਾ ਤੇ ਆਖਿਰਕਾਰ ਜਾ ਕੇ ਉਹਨੇ ਲਾਸਟ ਸਟੇਜ ਵਿੱਚ ਪਤਾ ਲੱਗੇ ਵੀ ਮੈਂ ਜੋ ਵੀ ਕੀਤਾ ਮੈਂ ਗਲਤ ਕੀਤਾ। ਕਈ ਵਾਰੀ ਨਾ ਬੜੇ ਵੱਡੇ ਅਹੁਦਿਆਂ ਤੇ ਬੜੇ ਛੋਟੇ ਲੋਕ ਬਹਿ ਜਾਂਦੇ ਆ, ਉਹ ਫਿਰ ਅਨਰਥ ਕਰਦੇ ਆ। ਇਹੋ ਜਿਹੇ ਲੋਕਾਂ ਨੂੰ ਬਾਅਦ ਵਿੱਚ ਸਮਝ ਆਉਂਦੀ ਹੈ ਕਿ ਜੋ ਮੈਂ ਉਸ ਵਕਤ ਕੀਤਾ ਨਾ ਉਹ ਗਲਤ ਕੀਤਾ। ਹੁਣ ਦੱਸੋ ਜ਼ਿੰਦਗੀ ਤਾਂ ਲੰਘ ਗਈ ਨਾ, ਕਰਮ ਤਾਂ ਰਿਪੀਟ ਹੋ ਗਏ, ਕਰਮਾਂ ਦਾ ਲੇਖਾ ਤਾਂ ਹੁਣ ਦੇਣਾ ਪਏਗਾ। ਸੋ ਐਸੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਐਸੇ ਢੰਗ ਦੇ ਨਾਲ ਜੀਵਨ ਸਿੱਖਿਆ ਜਾਵੇ ਜਿਹੜਾ ਮੁੜ ਕੇ ਪਛਤਾਵਾ ਨਾ ਬਣੇ, ਪਛਤਾਵਾ ਨਾ ਬਣੇ, ਮਨ 'ਚ ਸੰਤੁਸ਼ਟੀ ਹੋਵੇ। ਤੇ ਸਾਧ ਸੰਗਤ ਸਭ ਤੋਂ ਵੱਡੀ ਗੱਲ ਹੈ ਵੀ ਅੰਦਰ ਦੀ ਸੰਤੁਸ਼ਟੀ ਵਾਸਤੇ ਨਾ ਅੰਦਰ ਧੋਤਾ ਹੋਣਾ ਚਾਹੀਦਾ ਹੈ।
ਤੁਹਾਡੀ ਨਿਗਾਹ ਵਿੱਚ ਕੋਈ ਚੰਗਾ ਮਾੜਾ ਨਹੀਂ ਹੋਣਾ ਚਾਹੀਦਾ। ਤੁਹਾਡੀ ਨਿਗਾਹ ਦੇ ਵਿੱਚ ਕੋਈ ਪਾਪੀ ਪੁੰਨੀ ਨਹੀਂ ਹੋਣਾ ਚਾਹੀਦਾ। ਤੁਹਾਡੀ ਸਾਰਿਆਂ ਤੇ ਦਇਆ ਹੋਣੀ ਚਾਹੀਦੀ ਹੈ। ਤੁਹਾਡੀ ਸਾਰਿਆਂ ਤੇ ਖਿਮਾ ਭਾਵ ਹੋਣਾ ਚਾਹੀਦਾ। ਇਹ ਭਗਤੀ ਭਾਵ ਦਾ ਘਰ ਹੈ ਤੇ ਭਗਤੀ ਅੱਗੋਂ ਜਦੋਂ ਸ਼ਕਤੀ ਵਿੱਚ ਬਦਲਦੀ ਹੈ ਨਾ, ਉਹ ਬੜੇ ਅੱਗੇ ਜਾ ਕੇ ਕਨਸੈਪਟਾਂ ਪਰ ਪਹਿਲੋਂ ਅਸੀਂ ਆਪਣੇ ਆਪ ਨੂੰ ਅੰਦਰ ਕਰਕੇ ਸਾਧੀਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਧੰਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰ। ਦੇਖੋ ਇਹਦੇ ਵਿੱਚ ਕੋਈ ਮਨੁੱਖਰ ਨਹੀਂ ਹੋਇਆ ਜਾਂਦਾ ਜਿੰਨਾ ਚਿਰ ਸੰਸਾਰ ਵਿੱਚ ਕਿਸੇ ਦੀ ਚੰਗੀ, ਕਿਸੇ ਦੀ ਮਾੜੀ, ਕਿਸੇ ਨਾਲ ਦਖਲ ਅੰਦਾਜ਼ੀ, ਕਿਸੇ ਨਾਲ ਸਲਾਹ ਦੇਣੀ, ਕਿਸੇ ਤੋਂ ਲੈਣੀ, ਕਿਸੇ ਨਾਲ ਚੱਲਣਾ, ਕਿਸੇ ਨਾਲ ਨਾ ਚੱਲਣਾ, ਇਹ ਸੰਸਾਰ ਦੀ ਕਾਰ ਹੈ। ਪਰ ਸਾਧ ਸੰਗਤ ਜੀ, ਜੇ ਸੰਸਾਰ ਦੀ ਕਾਰ ਇਸੇ ਤਰ੍ਹਾਂ ਸਾਡੇ ਮਨ ਅੰਤਰ ਤੇ ਭਾਰੂ ਰਹੀ ਨਾ, ਫਿਰ ਧਰਮ ਵੱਲੋਂ ਅਸੀਂ ਇੰਨੇ ਪਛੜ ਜਾਵਾਂਗੇ। ਅੰਦਰੋਂ ਬੜੇ ਕਮਜ਼ੋਰ ਬੰਦੇ, ਬੜੇ ਗਰੀਬ ਹੋ ਜਾਗੇ ਅੰਦਰੋਂ, ਕਿਉਂਕਿ ਦੇਵੀ ਗੁਣ ਉਹਨਾਂ ਚਿਰ ਹੀ ਵਰਤਦੇ ਨੇ ਜਿੰਨਾ ਚਿਰ ਨਾਮ ਦੀ ਬਰਕਤ ਪੱਲੇ ਹੋਵੇ। ਇਹਨਾਂ ਦੋਹਾਂ ਦਾ ਏਦਾਂ ਜੋੜ ਹੈ ਜਿਵੇਂ ਜਿੱਥੇ ਨਾਮ ਹੈ ਉੱਥੇ ਬਰਕਤਾਂ ਨੇ, ਤੇ ਬਰਕਤਾਂ ਵੀ ਉੱਥੇ ਨੇ ਜਿੱਥੇ ਨਾਮ ਹੈ। ਪਰ ਇਸ ਨਾਮ ਨੂੰ ਵਸਾਉਣ ਵਾਸਤੇ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ ਨਾ ਬਚਨ, ਜੋ ਬਾਣੀ ਨੇ ਸਾਨੂੰ ਸਮਝਾਉਂਦੇ ਆ ਕਿ ਤੇਰਾ ਅੰਦਰ ਖਾਲੀ ਹੋਣਾ ਚਾਹੀਦਾ, ਤੇ ਅੰਦਰ ਤੇਰੇ ਅੰਦਰ ਦਵੈਸ਼ ਨਹੀਂ ਹੋਣੀ ਚਾਹੀਦੀ। ਹਰ ਇੱਕ ਦੇ ਆਪਣੇ ਆਪਣੇ ਕਰਮ ਨੇ, ਹਰ ਇੱਕ ਦੇ ਆਪਣੇ ਆਪਣੇ ਕਰਮ ਨੇ। ਜੋ ਕੋਈ ਤੈਨੂੰ ਬੋਲਿਆ ਤੇਰੇ ਭਾਗ ਨੇ, ਜੋ ਤੂੰ ਬੋਲੇਗਾ ਨਾ ਉਹ ਤੂੰ ਕਰਮ ਬੀਜੇਗਾ। ਤੇਰੇ ਭਾਗ ਤੱਤੇ ਠੰਡੇ ਹੋ ਸਕਦੇ ਹੈ, ਕੋਈ ਦੁੱਖਾਂ ਪਰੇ ਹੋ ਸਕਦੇ ਹੈ, ਮੁਸ਼ਕਲਾਂ ਪਰੇ ਹੋ ਸਕਦੇ ਹੈ। ਉਹ ਜਿਹੜੇ परिस्थिति के मुताबिक अगला कर्म बीजा। मान लो गल किसी ने तुहानू कोई ऐसा वचन बोलिया भी तुहाडा मन तप गया, ते तपे मन के नाल तुसीं कुछ बोलिया, वो जिहड़ा वचन उन्हें तुहानू तपाउण वास्ते बोलिया ना, वो तुहाडे भाग सन। उन्होंने खिड़े मत्थे लेना सही, पर असी उन्होंने अपने आप से काबू ना पा सके, वो अपने भाग ना समझे, निशाना बना लिया जिन्हें जिन्हें रचना में वचन प्रगट होए उन्होंने निशाना बना लिया। बड़ी बरीकी है इन्होंने कर्मां दे विच। असल में साढ़े भाग ने, सिर्फ साढ़े भाग किते उजवल हो, किसी दुख के होने का मतलब नहीं बनता जदों साढ़े भागां विच कोई दोष आता है ना, दुख का कारण उदों ही बनता। सो उस दुख दे विच आके, उस पीड़ा विच आके, फिर अगली परिस्थिति विच आके कुछ वचन बोलने, ये वो नवा कर्म बीजा करना। जो तो इतना शांत हो जाए, क्योंकि साड़ी जिहड़ी स्विच है ना, ये दूजिया के हथों में है। वो जो साड़ी स्विच ऑन करते हैं, चंगे सन वड्याई वाला वचन बोलते सानू आपां खुश हो जाते हैं, कोई खुशी भरिया वचन बोलते आपां खुश हो जाते हैं। उन्हें साडा स्विच दबिया आपां खुश हो गए। जदों उन्होंने किते दुखदी रग ते हथ धरिया
ਉਦੋਂ ਅਸੀਂ ਦੁਖੀ ਹੋ ਗਏ, ਸੋਚਦਾ ਦੂਜੇ ਦੇ ਹੱਥ ਹੀ ਆ ਗਿਆ। ਅਗਲੇ ਨੇ ਕੋਈ ਗਮ ਦੀ ਗੱਲ ਛੇੜੀ ਹੈ, ਕੋਈ ਮਾੜਾ ਵਚਨ ਬੋਲਿਆ ਹੈ, ਕੋਈ ਗੁੱਸਾ ਕਰਨਾ ਤੇ ਤੁਹਾਡਾ ਕੰਮ ਹੈ ਨਾ, ਸੋਚਦਾ ਤੁਹਾਡੇ ਹੱਥ ਵਿੱਚ, ਤੁਹਾਡਾ ਕੰਟਰੋਲ ਤਾਂ ਤੁਹਾਡੇ ਹੱਥ ਵਿੱਚ ਹੈ ਨਾ। ਔਰ ਉਦੋਂ ਸ਼ਾਂਤ ਚਿੱਤ ਰਹਿਣਾ, ਜਿਹੜੇ ਬੜੇ ਅਭਿਆਸੀ ਨੇ ਨਾ, ਕਿ ਉਹਨਾਂ ਦੀ ਗੱਲਾਂ ਜਿਹੜੀਆਂ ਨੇ ਪਕੜ ਵਿੱਚ ਆਉਣ ਵਾਲੀਆਂ। ਔਰ ਇਹ ਜਿਹੜੀਆਂ ਮੁਸ਼ਕਲਾਂ ਵਿੱਚੋਂ ਜਦੋਂ ਜੀਵ ਲੰਘਦਾ ਨਾ, ਫਿਰ ਜਪਿਆ ਹੋਇਆ ਨਾਮ ਇੰਨਾ ਫਲੀਭੂਤ ਹੁੰਦਾ ਹੈ। ਜਦੋਂ ਇੰਨੀ ਸਾਵਧਾਨੀ ਦੇ ਨਾਲ ਜ਼ਿੰਦਗੀ ਜਿਉਣੀ ਜਾਵੇ, ਆਪਣੇ ਮਨਾਂ ਚੋਂ ਈਰਖਾ ਜਿਹੜੀ ਮੈਲ ਲੱਗੀ ਹੈ ਨਾ ਸੰਸਾਰ ਦਾ ਜੋ ਸਾਡੇ ਨਾਲ ਸੰਬੰਧ ਹੈ, ਰਿਸ਼ਤੇਦਾਰੀਆਂ ਨੇ, ਭੈਣ ਭਰਾ ਨੇ, ਆਂਢ ਗੁਆਂਢ ਨੇ, ਸਾਡੀ ਦੁਨੀਆ ਸਾਡੇ ਆਲੇ ਦੁਆਲੇ, ਸਾਡੀ ਸੁਰਤੀ ਵਿੱਚ ਵੀ ਦੁਨੀਆ ਸਾਡੇ ਆਲੇ ਦੁਆਲੇ ਹੈ। ਨੇ ਸਾਰੀ ਦੁਨੀਆ ਤੋਂ ਖਾਲੀ ਹੋ ਕੇ ਗਵਾਈ। ਭਾਵੇਂ ਕੇਵਲ 10 ਮਿੰਟ ਮੈਂ ਬੇਨਤੀ ਕਰਦਾ ਹਾਂ ਕਿ 15 ਮਿੰਟ ਚੌਂਕੜਾ ਮਾਰ ਕੇ ਬਹਿ ਜਾਓ, ਸੋਚੋ ਵੀ ਇਹ ਦੁਨੀਆ ਤੇ ਇਹ ਜਨਮ ਤੋਂ ਪਹਿਲੋਂ ਕਿੱਥੇ ਸਾਂ ਤੇ ਇੱਥੇ ਪੈਦਾ ਕਿਸ ਵਾਸਤੇ ਹੋਏ। ਤੇ ਸਤਿਗੁਰਾਂ ਤੋਂ ਪੁੱਛੀਏ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕੇਵਲ ਅਵਰ ਕਾਜ ਤੇਰੇ ਕਿਤੇ ਲਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਕਹਿੰਦੇ ਬਸ ਸਾਰਾ ਜੀਵਨ ਸੰਗਤ ਕਰਦਾ ਹੈ। ਬੇਸ਼ੱਕ ਤੂੰ ਆਪਣੀ ਕਿਰਤ ਕਰਦਾ ਹੋਵੇ, ਪਰ ਮਨ ਤੇਰਾ ਜੁੜਿਆ ਤੇਰੇ ਪਰਮਾਤਮਾ ਨਾਲ, ਤੇਰਾ ਮਨ ਜੁੜਿਆ ਹੋਵੇ। ਇਹ ਖਾਲੀ ਚਿੱਤ ਕਰਕੇ ਬਹਿ ਜਾਣਾ ਔਰ ਸੋਚਣਾ ਬਹਿ ਕੇ ਵੀ ਆਇਆ ਕੀ ਲੈਣਾ। ਤੇ ਜੇ ਹੁਣ ਬਿਨਾਂ ਸੋਚੇ ਹੀ ਸਾਰੀ ਜ਼ਿੰਦਗੀ ਲੰਘ ਗਈ। ਹੁਣ ਬੜੀ ਦੁਨੀਆ ਹੈ ਜਿਹੜੀ ਕਈ ਸਾਲ ਧਰਮ ਦੁਆਰੇ ਤੇ ਨਹੀਂ ਜਾਂਦੇ। ਮੈਂ ਕਿਸੇ ਧਰਮ ਦਾ ਨਹੀਂ ਨਾਂ ਲੈਂਦਾ, ਸਾਰੇ ਧਰਮਾਂ 'ਚ ਇੱਕੋ ਜਿਹਾ ਹਾਲ ਹੀ ਹੈ। ਕਈ ਮਹੀਨੇ ਧਰਮ ਦੁਆਰੇ ਤੇ ਨਹੀਂ ਜਾਂਦੇ। ਉਹ ਆਤਮਿਕ ਤੌਰ ਤੇ ਕਿੰਨੇ ਕੁ ਨੇੜੇ ਹੋਣਗੇ, ਇਹ ਵਾਹਿਗੁਰੂ ਪ੍ਰਮਾਤਮਾ ਸੱਚੇ ਪਾਤਸ਼ਾਹ ਜਾਣੇ। ਪਰ ਜੇ ਤੁਸੀਂ ਆਪਣੇ ਆਪ ਨੂੰ ਲੈ ਕੇ ਇਹ ਸਾਰਾ ਜੀਵਨ, ਜਿਵੇਂ ਆਪਾਂ ਸੰਸਾਰ ਦੇ ਵਿੱਚ ਪਰਿਵਾਰਕ ਜੀਵਨ ਜਿਉਣੇ ਹੈ, ਪਰਿਵਾਰ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਰੁਝੇਵੇਂ ਹੈ, ਗ੍ਰਸਤੀ ਦੇ ਬੜੇ ਰੁਝੇਵੇਂ ਹੈ, ਸਾਰੀ ਜ਼ਿੰਦਗੀ ਨਾਲ ਰੁਝੇਵਿਆਂ ਨਾਲ ਜੁੜੇ ਰਹਿ ਗਏ ਤੇ ਸਾਰਾ ਜੀਵਨ ਹੀ ਏਦਾਂ ਲੰਘ ਗਿਆ। ਕਿਹੜੇ ਜਨਮ ਦੇ ਵਿੱਚ ਆ ਕੇ ਅਸੀਂ ਇਹ ਜਿਹੜਾ ਮਨੁੱਖਾ ਦੇਹੀ ਦਾ ਲਾ ਹੈ ਉਹਨੂੰ ਲਵਾਂਗੇ। ਸੋ ਜਿਹੜੇ ਇਹ ਗੱਲ ਸਮਝਦੇ ਆ ਉਹ ਭਾਵੇਂ 10 ਮਿੰਟ ਬਹਿ ਕੇ, ਜ਼ਿਆਦਾ ਲੰਬੇ ਸਮੇਂ ਦੀ ਲੋੜ ਨਹੀਂ, 15 ਮਿੰਟ ਬਹਿ ਕੇ ਇਹ ਦੋ ਕੁ ਜਿਹੜੇ ਬਚਨ ਨੇ ਉਹਨੂੰ ਸਮਝ ਲਵੇ, ਰੋਜ਼ ਰਿਪੀਟ ਕਰੇ ਵੀ ਤੂੰ ਆਇਆ ਕਿੱਥੋਂ ਹੈ, ਇਹ ਜਨਮ ਤੋਂ ਪਹਿਲੋਂ ਕਿੱਥੇ ਸੀ, ਕਿਉਂ ਲੈਣ ਆਇਆ ਤੇ ਜਾਣਾ ਕਿੱਥੇ ਆ, ਜਾਣਾ ਪੈਣਾ ਤੇ ਜਾਣ ਦੇ ਅੰਤ ਦਾ ਪਤਾ ਨਹੀਂ। ਸਾਹ ਆਵੇ ਕਿ ਨਾ ਆਵੇ ਰਾਮ, ਕਿਉਂਕਿ ਗਣ ਘਾਲੈ ਸਭ ਦਿਵਸ ਸਹਿਜ ਲੈ ਬੜਨ ਕਟਨ ਤਿਰਸਾਰ। ਇੱਕ ਤੇਲ ਮਾਤਰ ਜਿੰਨਾ ਵੀ ਹਿੱਸਾ ਇਹਨਾਂ ਸਵਾਸਾਂ ਨੇ ਵਧਣਾ ਘਟਣਾ ਨਹੀਂ। ਸੋ ਕਿਉਂ ਨਾ 10 ਕੁ ਮਿੰਟ ਕੱਢ ਕੇ ਕੇਵਲ, ਚਲੋ ਜ਼ਿਆਦਾ ਨਹੀਂ, ਬਾਕੀ 23 ਘੰਟੇ ਤੇ 45 ਮਿੰਟ ਬੇਸ਼ੱਕ ਆਪਣੀ ਮੌਜ ਵਿੱਚ ਲਾਓ, ਜੋ ਕਰਦੇ ਹੋ ਕਰੋ, ਪਰ 15 ਮਿੰਟਾਂ ਵਾਸਤੇ ਮੇਰੀ ਬੇਨਤੀ ਸਾਰੇ ਮੰਨ ਲਿਓ ਕਿ 15 ਮਿੰਟ ਬਹਿ ਕੇ ਆਪਣੇ ਬਾਰੇ ਸੋਚਣਾ
ਕਿ ਤੂੰ ਜ਼ਿੰਦਗੀ ਵਿੱਚ ਕੀ ਖਟਿਆ ਤੇ ਕੀ ਗਵਾਇਆ। ਜਿਨ੍ਹਾਂ ਨੂੰ ਸਾਰੀ ਜ਼ਿੰਦਗੀ ਰਾਜੀ ਕਰਨ ਵਾਸਤੇ ਲੱਗੇ ਰਹੇ ਨਾ, ਉਹ ਅੱਜ ਵੀ ਰਾਜੀ ਨਹੀਂ ਹੋਏ। ਇਸ ਵਾਸਤੇ ਜਿਹੜੇ ਸੰਸਾਰ ਨੂੰ ਤੂੰ ਰਾਜੀ ਕਰਨ ਤੁਰਿਆ ਹੈ, ਇਹਨੇ ਕਦੇ ਰਾਜੀ ਨਹੀਂ ਹੋਣਾ। ਜਦੋਂ ਸੰਸਾਰ ਨੇ ਰਾਜੀ ਨਹੀਂ ਹੋਣਾ, ਫਿਰ 15 ਮਿੰਟ ਕਿਉਂ ਲਾਉਣੇ ਆ? ਫਿਰ ਮੈਂ ਤਾਂ ਕਹਿੰਦਾ ਸਵਾਸ ਸਵਾਸ ਪਰਮਾਤਮਾ ਦੇ ਲੇਖੇ ਲਾਉਣਾ ਚਾਹੀਦਾ। ਆ ਜਿਹੜਾ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਆ, ਕੇਵਲ ਪ੍ਰਯੋਗ ਮਾਤਰ ਹੈ। ਵੀ ਆ ਦੇਖੋ, ਜਦੋਂ ਤਾਰਾਂ ਜੁੜਦੀਆਂ ਨੇ ਨਾ ਪਰਮਾਤਮਾ ਨਾਲ, ਜੀਵ ਆਤਮਾ ਦੀਆਂ, ਅਸਲ 'ਚ ਸਾਡੀ ਸੁਰਤੀ ਨਹੀਂ ਵਿਹਲੀ ਹੋ ਪਾਉਂਦੀ। ਜਦੋਂ ਅਸੀਂ ਜੁੜਨ ਦਾ ਯਤਨ ਕਰਦੇ ਹਾਂ ਨਾ, ਉਦੋਂ ਵੀ ਸਾਡੀ ਸੁਰਤੀ ਦੌੜ ਦੌੜ ਕੇ ਹੋਰ ਪਾਸੇ ਜਾਂਦੀ ਹੈ। ਕੋਸ਼ਿਸ਼ ਕਰਦੇ ਹਾਂ ਸੁਰਤੀ ਨੂੰ ਸ਼ਬਦ ਨਾਲ ਜੋੜਨ ਦੀ, ਪਰ ਸੁਰਤੀ ਹੋਰ ਪਾਸੇ ਜਾਂਦੀ ਹੈ। ਪਰ ਸਾਧ ਜੇ ਤੁਸੀਂ ਅੰਦਰ ਤੜਫ ਲੈ ਕੇ ਕਰੋਗੇ ਨਾ, ਵੀ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲਿਖੇ। ਕਿਉਂਕਿ ਬਹੁਤ ਸਾਰੀ ਦੁਨੀਆ ਹੈ ਜਿਹੜੀ ਕੋਈ ਸਰੀਰਕ ਰੋਗਾਂ ਕਰਕੇ ਬਾਣੀ ਪੜ੍ਹਦੇ ਹੈ, ਕੋਈ ਸੰਸਾਰ ਦੇ ਪਦਾਰਥ ਦੀ ਪ੍ਰਾਪਤੀ ਵਾਸਤੇ ਬਾਣੀ ਪੜ੍ਹਦੇ ਹੈ। ऐसी कोई बड़ी गल नहीं, जैसी मनसा तैसी का पूरक। जो जी भी भावना बना के आप परमात्मा का नाम जपांगे, वैसी वैसी परमात्मा ने पूरी करी जानी है। वो तू भावना कहो जी रखना, वो तेरे पे जो जी भावना बना के रखांगे, त्यो जी भावना ने पूरी करते जाना। बस जी सारे तो बड़ी गल है ना, वो गल है कि परमात्मा मेरा कृपा करके जन्म मरण निवार ले हो। सच्चे पातशाह मेरा जन्म मरण कर, जन्म ही सारे दुखा दे वाड़ियां की जड़ है। जन्म तो बाद ही सारे दुख, भावें शरीर करके ने, भावें मानसिक ने, झमेले ने, भावें रोग ने, भावें सोग ने, ये सारे जन्म करके ही ने। जन्म करके जवानी आती है, जन्म करके बुढ़ेपा आता है, जन्म करके मौत होती है। जन्म ही सारे दुखों की जड़ है। हे परमात्मा ऐसी कृपा कर, ऐसी रहमत कर भी इन बुराइयों तो, इन अवगुणों तो किते दूर तेरे नाम दे विच सुरत रंगी जावे। बिना कोई अजीब ही सुख है ਇਹੋ ਜਿਹੀ ਸੁਰਤੀ ਦੇ ਵਿੱਚ, ਜਿਹੜੀ ਸੁਰਤੀ ਦੇ ਵਿੱਚ ਕਿਸੇ ਤਰ੍ਹਾਂ ਦੀ ਮੈਲ ਨਾ ਹੋਵੇ, ਕਿਸੇ ਧਰਮਾਂ ਦੇ ਪ੍ਰਤੀ, ਕਿਸੇ ਜਾਤੀਆਂ ਫਿਰਕਿਆਂ ਦੇ ਪ੍ਰਤੀ, ਕਿਤੇ ਜਾਤਾਂ ਦੇ ਪ੍ਰਤੀ, ਕਿਤੇ ਊਚ ਨੀਚ ਦੇ ਪ੍ਰਤੀ, ਕਿਸੇ ਅਮੀਰ ਗਰੀਬ ਦੇ ਪ੍ਰਤੀ ਕੋਈ ਨਾ ਹੋਵੇ ਨਾ। ऐसा अमीर विशाल दिल किसी भागा वाली रूह नूं मिलिया, जिहदे कलावे दे विच सारी ब्रह्मांड समा जाता है। सो सतगुरु सच्चे पातशाह कृपा करन, ये सानू जन्म की सोझी आवे, जन्म की समझ आवे, जन्म को असीं समझने का यत्न करिए। जिमें जिमें अंदर को समझ आ गया ना, घर सुख वसिया बाहर सुख पाया। जिमें जिमें अपने अंदर करके आप सुखी होवांगे, जिमें जिमें अपने अंदर करके मैल के धोती जाएगी, तिवें तिवें बाहर अपने आप खुशनुमा होता है। कहते खुश रहने वास्ते
ਕੀ ਕਰਨਾ ਚਾਹੀਦਾ ਹੈ। ਦੁਨੀਆ ਨੂੰ ਖੁਸ਼ ਕਰਕੇ, ਕਿਉਂਕਿ ਦੂਜੇ ਨੂੰ ਖੁਸ਼ ਕਰਕੇ ਖੁਸ਼ੀ ਮਿਲਦੀ ਹੈ ਨਾ, ਇਹ ਐਸਾ ਹੈ ਕਿ ਸਾਰੀ ਦੁਨੀਆ ਨੂੰ ਖੁਸ਼ ਹੋ ਕੇ ਫਿਰ ਮੈਂ ਖੁਸ਼ ਹੋਵਾਂਗਾ, ਨਹੀਂ। ਤੁਸੀਂ ਖੁਦ ਖੁਸ਼ ਹੋਵੋ ਤੇ ਨਾਲ ਦੂਜਿਆਂ ਨੂੰ ਖੁਸ਼ ਕਰੋ। ਤੇ ਜਿਹੜੇ ਆਪ ਅੰਦਰੋਂ ਖੁਸ਼ ਹੋ ਜਾਂਦੇ ਆ ਨਾ, ਉਹਨਾਂ ਨੂੰ ਕਿਸੇ ਨੂੰ ਖੁਸ਼ ਕਰਨ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਰੋਗੀ ਕੇ ਭਾਣੇ ਸਭ ਰੋਗੀ, ਸੋ ਉਹਨਾਂ ਵਾਸਤੇ ਸਾਰੇ ਰੱਬ ਦਾ ਰੂਪ ਹੋ ਜਾਂਦੇ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਨਾਮ ਬੰਦਗੀ ਨੇ ਔਰ ਸਾਡੇ ਨਿੱਕੇ ਨਿੱਕੇ ਸੋਚੇ ਕਰਮਾਂ ਨੇ, ਜਿੰਨੀਆਂ ਅਸੀਂ ਗੱਲਾਂ ਸੋਚਦੇ ਹਾਂ ਨਾ, ਇਹ ਸਾਰੇ ਕਰਮ ਬੀਜ ਬੀਜੇ ਜਾਂਦੇ। ਕਰਮ ਬੀਜ ਬੜਾ ਛੋਟਾ ਹੁੰਦਾ ਹੈ, ਬੀਜ ਬੜਾ ਨਿੱਕਾ ਜਿਹਾ ਹੁੰਦਾ ਹੈ, ਪਰ ਉਹ ਦਰਖਤ ਬੜਾ ਵੱਡਾ ਬਣ ਜਾਂਦਾ। ਪਿੱਪਲ ਦਾ ਬੀਜ ਹੈ ਨਾ, ਬੜਾ ਲਾਈਨ ਦੇ 10ਵੇਂ ਦਾਣੇ ਜਿਹਾ ਹੁੰਦਾ, ਇੰਨਾ ਬਰੀਕ ਹੁੰਦਾ, ਪਰ ਕਿੱਡਾ ਵੱਡਾ ਦਰਖਤ ਬਣ ਜਾਂਦਾ। ਇੱਦਾਂ ਜਿਹੜੀ ਸਾਡੀ ਸੋਚ ਦੇ ਵਿੱਚ ਕਰਮ ਨੇ ਨਾ, ਜਿਹੜੇ ਦੂਜਿਆਂ ਪ੍ਰਤੀ ਸੋਚ ਚੱਲਦੀ ਰਹਿੰਦੀ ਹੈ, ਆਹ ਜਿਹੜੇ ਕਰਮ ਸਾਡੇ ਕੋਲ ਬੀਜੇ ਜਾ ਰਹੇ ਆ, ਇਹ ਬਾਹਰ ਤੱਕ ਕਿਸੇ ਨੂੰ ਨਹੀਂ ਪਤਾ। ਕਿਸੇ ਦੇ ਦਿਲ ਦੀਆਂ ਕਿਸੇ ਨੂੰ ਨਹੀਂ ਪਤਾ। ਸੰਗਤ ਵਿੱਚ ਬਹਿ ਕੇ ਵੀ ਮਨ ਉਸ ਸੰਗਤ ਵਿੱਚ ਬੈਠਾ ਹੁੰਦਾ ਹੈ, ਸੰਗਤ ਵਿੱਚ ਬਹਿ ਕੇ ਵੀ ਮਾਰੇ ਫੁਰਨੇ ਅੰਦਰ ਚੱਲਦੇ ਹੁੰਦੇ। ਸੋ ਇਹ ਸਾਡੇ ਅੰਦਰ ਜਿਹੜੀਆਂ ਚੱਲਣ ਵਾਲੀਆਂ, ਸਾਡੀ ਸੁਰਤੀ ਦੇ ਅੰਦਰ ਚੱਲਣ ਵਾਲੀਆਂ ਜਿਹੜੀਆਂ ਇਹ ਨਿੱਕੀਆਂ ਸੋਚਾਂ ਨੇ ਨਾ, ਇਹ ਸੋਚਾਂ ਹੀ ਬੀਜ ਬੀਜੇ ਜਾਂਦੇ ਨੇ ਤੇ ਇਹਨਾਂ ਦੇ ਦਰਖਤ ਬਣ ਕੇ, ਬੜੇ ਵੱਡੇ ਜੰਗਲ ਬਣ ਕੇ ਸਾਡੇ ਅੱਗੇ ਆਉਂਦੇ ਨੇ। ਤੇ ਜਿਵੇਂ ਅੱਜ ਸੰਸਾਰ ਦਾ ਪਦਾਰਥ ਸਾਡੇ ਕੋਲੇ ਸਭ ਕੁਝ ਹੈਗਾ, ਪਰ ਅੰਦਰ ਸਾਡੇ ਸ਼ਾਂਤੀ ਨਹੀਂ ਹੈ। ਆ ਵੀ ਕਾਰਨ ਇਹੀ ਹੈ ਕਿ ਸਾਡੇ ਸੁਰਤੀ ਵਿੱਚ ਇਦਾਂ ਦੇ ਰੋਲ ਝੋਲੇ ਬਹੁਤ ਜ਼ਿਆਦਾ ਸੀ, ਲੋਕਾਂ ਦੇ ਚੱਕੀ ਵਰਤੇ ਨਹੀਂ। ਇਹ ਕਿਸੇ ਦੇ ਰੋਲ ਝੋਲੇ ਨਾ ਚੱਕੋ, ਕਿਸੇ ਦੇ ਨਾ ਚੇਤੇ ਕਰੋ। ਇਹ ਜਿਵੇਂ ਜਿਵੇਂ ਚੇਤੇ ਵਿੱਚ ਆਉਣਗੇ ਨਾ, ਤਿਵੇਂ ਤਿਵੇਂ ਇਹ ਸੰਸਕਾਰ ਬਣੇਗਾ। ਜਿਹੜੀਆਂ ਵਿਚਾਰਾਂ ਵਾਰ-ਵਾਰ ਕਿਸੇ ਬਾਰੇ ਸੋਚੋਗੇ ਨਾ, ਕਿਸੇ ਬਾਰੇ ਮਾੜੀ ਖਬਰ ਸੁਣੋ। ਆਪਾਂ ਕਿਸੇ ਬੰਦੇ ਨੂੰ 20 ਸਾਲਾਂ ਤੋਂ ਜਾਣਦੇ ਹਾਂ, 20 ਸਾਲਾਂ ਬਾਅਦ ਉਹਦੀ ਮਾੜੀ ਜਿਹੀ ਖਬਰ ਸੁਣੀ ਤੇ ਅੱਗੋਂ ਚੱਲਦਾ ਇਹ ਜਿਹੜੀ ਗਲਤ ਫਹਿਮੀ ਹੈ ਨਾ, ਬੜੀ ਦੂਰ ਤੱਕ ਲੈ ਜਾਂਦੇ, ਕਿਉਂਕਿ ਇਹ ਸਾਹਮਣੇ ਦਾ ਗੱਲ ਕਰਨ ਦੀ ਸਾਡੀ ਕਿਸੇ ਦੀ ਹਿੰਮਤ ਨਹੀਂ ਪਈ। ਸੋ ਇਹ ਅੰਦਰ ਜਿਹੜੇ ਸਾਡੇ ਰੋਲ ਵਿਚੋਲੇ ਆ ਨਾ, ਸਾਡੇ ਅੰਦਰ ਚੱਲ ਰਹੇ, ਇਹ ਭੈਣ ਭਰਾਵਾਂ ਨੂੰ ਲੈ ਕੇ ਇਦਾਂ ਦੇ ਜਿਹੜੇ ਸੰਬੰਧ ਹੈ ਨਾ, ਇਹ ਸੰਬੰਧ ਘਰਾਂ ਵਿੱਚ, ਪਰਿਵਾਰ ਵਿੱਚ, ਭੈਣਾਂ ਭਾਈਆਂ ਵਿੱਚ, ਆਂਢ ਗੁਆਂਢ, ਰਿਸ਼ਤੇਦਾਰ ਆਮ ਇਦਾਂ ਦੇ ਪਾਏ। ਇਹ ਸੁਰਤੀ ਦੇ ਅੰਦਰ ਡਿਸਟਰਬੈਂਸ ਪੈਦਾ ਕਰਨ ਵਾਲੀ ਐਕਟੀਵਿਟੀ ਹੈ। ਜਿਵੇਂ ਜਿਵੇਂ ਕਰਮ ਬੀਜੇ ਜਾਣਗੇ, ਤਿਵੇਂ ਤਿਵੇਂ ਅੰਦਰ ਦੀ ਜਿਹੜੀ ਸ਼ਾਂਤੀ ਹੈ ਉਹ ਭੰਗ ਹੁੰਦੀ ਜਾਏਗੀ। ਜਿਵੇਂ ਜਿਵੇਂ ਇਹਨਾਂ ਫੁਰਨਿਆਂ ਦੀ ਸੁਰਤੀ ਵਿਹਲੀ ਹੁੰਦੀ ਜਾਏਗੀ ਤੇ ਵਾਹਿਗੁਰੂ ਨਾਲ ਜੁੜਨਾ ਸ਼ੁਰੂ ਕਰੇਗੀ, ਸੰਗਤ ਨਾਲ ਜੁੜੇਗੀ, ਸੇਵਾ ਨਾਲ ਜੁੜੇਗੀ। ਬੜੇ ਪੱਖ ਨੇ, ਸੋਚਣ ਵਾਸਤੇ ਬੜੇ ਪੱਖ ਨੇ। ਆਪਾਂ ਹੱਥੀਂ ਸੇਵਾ ਨਹੀਂ ਕਰਦੇ, ਪਰ ਸੁਰਤੀ ਨਾਲ ਗੁਰੂ ਦੀ ਸੇਵਾ ਬਾਰੇ ਵਡਿਆਈ ਕੀਤੀ ਜਾ ਸਕਦੀ। ਵੀ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੋਵਰ ਸਾਹਿਬ ਦੀ ਸੇਵਾ ਚੱਲੀ ਨਾ, ਤੇ ਜਿਹੜੇ
ਵੱਡੇ ਇੰਜੀਨੀਅਰ ਹੁੰਦੇ ਨੇ, ਉਹਨਾਂ ਨੇ ਪਤਾ ਨਹੀਂ ਕਿੰਨੇ ਮਹੀਨਿਆਂ ਦਾ ਟਾਈਮ ਦੱਸਿਆ ਵੀ ਇੰਨੇ ਮਹੀਨੇ ਲੱਗਣਗੇ ਸਫਾਈ ਕਰਨ, ਤੇ ਸੰਗਤਾਂ ਨੇ 3 ਦਿਨਾਂ 'ਚ ਕਰ ਦਿੱਤੀ। ਕਿੰਨੀ ਵੱਡੀ ਵਡਿਆਈ ਹੈ ਗੁਰੂ ਦੇ ਘਰ ਦੇ ਸੇਵਾ ਦੀ। ਉਹ ਦਰ ਹੈ ਗੁਰੂ ਰਾਮਦਾਸ ਦਾ, ਜਿੱਥੇ 24 ਘੰਟੇ ਬਾਅਦ ਬਰਤਨ ਮਾਂਜੇ ਜਾ ਰਹੇ ਆ ਤੇ ਸੁੱਚੇ ਕੀਤੇ ਜਾ ਰਹੇ ਆ। ਕਿੰਨੀ ਵੱਡੀ ਵਡਿਆਈ ਹੈ ਗੁਰੂ ਦੇ ਲੰਗਰਾਂ ਦੀ। ਸੋ ਇਦਾਂ ਗੁਰੂ ਦੇ ਸੇਵਾਵਾਂ ਦੀ ਸੋਚੀ ਵੀ ਸੇਵਾ ਹੀ ਹੈ। ਇਹ ਸਾਡੇ ਸੁਰਤੇ ਅੰਦਰ, ਪਰ ਸਾਡੀ ਬਦਕਿਸਮਤੀ ਹੈ ਵੀ ਸਾਡੇ ਅੰਦਰ ਨੈਗੇਟਿਵਿਟੀ ਚੱਲਦੀ ਹੈ। ਸੋਸ਼ਲ ਮੀਡੀਆ ਤੇ ਰੌਲੀ ਇਸੇ ਚੀਜ਼ ਦਾ ਬਹੁਤਾ ਪਾਇਆ ਜਾ ਰਿਹਾ ਹੈ ਕਿ ਜਿੰਨੀ ਵੀ ਅੰਦਰ ਸੇਵਾ ਨੂੰ ਸਭ ਆਪਾਂ ਨੈਗੇਟਿਵਿਟੀ ਬਣਾ ਕੇ ਰੱਖਦੇ ਹਾਂ। ਸ਼ਰਧਾ ਭਾਵਨਾ ਕਰੋ, ਇਹਦੇ ਵਿੱਚ ਭਾਵਨਾ ਹੋਣੀ ਚਾਹੀਦੀ। ਸੁਰਤੀ ਸਾਰਾ ਦਿਨ ਜੁੜੀ ਰਹੇ, ਧਰਮ ਦੇ ਕਰਮ ਦੇ ਵਿੱਚ ਜੁੜੀ ਰਹੇ, ਪਰ ਉਪਕਾਰ ਵਿੱਚ ਜੁੜੀ ਰਹੇ, ਨਾਮ ਦੇ ਵਿੱਚ ਜੁੜੀ ਰਹੇ, ਬੜੀ ਸ੍ਰੇਸ਼ਟ ਸੁਰਤੀ ਹੋ ਜਾਂਦੀ ਹੈ। ਪਰ ਜਿਵੇਂ ਜਿਵੇਂ ਰੰਗ ਲਾਗਤ ਹੈ, ਭਾਗਤ ਹੈ, ਜਿਹੜਾ ਅੰਦਰ ਸਾਡੇ ਰੋਲ ਵਿਚੋਲਾ ਹੈ ਨਾ, ਕਿ ਜਿਵੇਂ ਜਿਵੇਂ ਸੰਗਤ ਕਰਾਂਗੇ ਤੇ ਜਿਵੇਂ ਜਿਵੇਂ ਨਾਮ ਜਪਾਂਗੇ ਵਾਹਿਗੁਰੂ, ਆ ਜਿਹੜਾ ਵਾਹਿਗੁਰੂ ਸ਼ਬਦ ਹੁਣ ਸਮਝ ਆਏਗੀ। ਜਿਹੜਾ ਵਾਹਿਗੁਰੂ ਸ਼ਬਦ ਹੈ ਇਹ ਹੈ ਖਾਲੀ ਬਿਰਤੀ ਕਰਕੇ, ਬਿਲਕੁਲ ਖਾਲੀ ਬਿਰਤੀ ਕਰਕੇ, ਕਿਸੇ ਤਰ੍ਹਾਂ ਦਾ ਕਿਸੇ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਫੁਰਨਾ ਨਾ ਹੋਵੇ। ਇੱਕ ਵਾਹਿਗੁਰੂ ਤੈਨੂੰ ਪਿਆਰ ਕਰਦੇ ਆ, ਬਸ ਮੇਰੇ ਨਾਮ ਜਪਣ ਦਾ ਕਾਰਨ ਧੰਨ ਗੁਰੂ ਕਲਗੀਧਰ ਪਿਤਾ ਤੇਰੇ ਚਰਨਾਂ ਨਾਲ ਪਿਆਰ ਹੈ ਸਾਨੂੰ। ਧੰਨ ਬਾਬਾ ਫਤਿਹ ਸਿੰਘ ਜੀ ਤੁਹਾਡੇ ਚਰਨਾਂ ਨਾਲ ਪਿਆਰ ਹੈ। ਬਾਬਾ ਜੋਰਾਵਰ ਸਿੰਘ ਜੀ, ਮਾਤਾ ਗੁਜਰ ਕੌਰ ਜੀ ਤੁਹਾਡੇ ਚਰਨਾਂ ਨਾਲ ਪ੍ਰੇਮ ਹੈ ਸਾਨੂੰ। ਮਾਂ ਗੁਜਰੀ ਤੋਂ ਠੰਡੇ ਬੁਰਜਾਂ ਦੇ ਵਿੱਚ ਲੈ ਕੇ ਹੀਰੇ ਵਰਗੇ ਪੁੱਤਿਆਂ ਨੂੰ ਬਿਨਾਂ ਲੀੜੇ ਕੱਪੜੇ ਪਈ, ਬਿਨਾਂ ਲੀੜੇ ਕੱਪੜੇ ਬੈਠੀ, ਭੁੱਖੀ ਭਾਣੀ ਬੈਠੀ, ਔਰ ਸੁਹੀ ਬਸੇ ਮੋਰੋ ਪਰਵਾਰਾ, ਸੇਵਕ ਸਿੱਖ ਸਵੇ ਕਰਤਾਰਾ। ਇਹ ਜੀ ਦੱਸੋ, ਇਹ ਤੋਂ ਵੱਡੀ ਰਾਸਦਾਈ ਹੋਰ ਸੁਰਤੀ ਨੂੰ ਕੀ ਚਾਹੀਦਾ? ਇਹੋ ਜਿਹੀ ਰਾਸਦਾਈ ਯਾਰ ਅੰਦਰ ਜੁੜ ਜੇ ਕਿਤੇ, ਹੋਰ ਸੁਰਤੀ ਨੂੰ ਕੀ ਚਾਹੀਦਾ? ਸੋ ਬਾਕੀ ਇਹ ਸੁਰਤੀ ਨੂੰ ਕਿਤੇ ਟਿਕਾ ਨਹੀਂ, ਜਿੱਦਣ ਟਿਕਾ ਆਇਆ ਨਾ ਰੱਬ ਦੇ ਨਾਮ 'ਚ ਹੀ ਹੋਣਾ, ਪਰਮਾਤਮਾ ਦੇ ਨਾਮ 'ਚ ਹੀ ਟਿਕਾ ਹੋਣਾ ਹੈ। ਸੋ ਜਿਨ੍ਹਾਂ ਨੇ ਟਿਕਾ ਨੂੰ ਮਾਣਿਆ ਉਹ ਟਿਕਾ ਦੀ ਕੀਮਤ ਸਮਝਦੇ ਵੀ ਟਿਕਾ ਦੀ ਕੀਮਤ ਕੀ ਹੈ। ਜਿਹੜੇ ਬੰਦੇ ਕਦੇ ਜ਼ਿੰਦਗੀ ਵਿੱਚ 10 ਮਿੰਟ ਚੁੱਪਚਾਪ ਬੈਠ ਹੀ ਨਹੀਂ ਸਕਦੇ, ਬੇਨਤੀ ਕੀਤੀ ਹੈ 10 ਮਿੰਟ ਸੌਣ ਤੋਂ ਪਹਿਲਾਂ ਆਪਣੇ ਮੰਜੇ ਤੇ ਆਪਣੇ ਬਿਸਤਰ ਤੇ ਬੈਠੋ ਔਰ 2 ਮਿੰਟ ਸੋਚੋ ਵੀ ਕਿੱਥੋਂ ਆਏ ਆ ਔਰ ਸੰਸਾਰ ਤੇ ਕੀ ਲੈਣ ਆਏ ਆ ਤੇ ਸੰਸਾਰ ਤੋਂ ਜਾਣਾ ਕੀ ਲੈ ਕੇ ਆ, ਕਿੱਥੇ ਜਾਣਾ ਹੈ ਤੇ ਕੀ ਬਣੂ ਸਾਡਾ। ਬਸ ਇਹਨਾਂ ਕੁ ਸਵਾਲਾਂ ਦਾ ਜਵਾਬ ਪੁੱਛ ਲਿਓ ਤੇ ਨਾ ਪਤਾ ਲੱਗੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਜਾਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਸਣਗੇ ਵੀ ਮਨੁੱਖਾ ਜਨਮ ਕਾਹਦੇ ਲਈ ਹੋਇਆ, ਕਿਉਂ ਹੋਇਆ, ਕਿਉਂ ਨਾਮ ਜਪਣਾ, ਕਿਉਂ ਬੰਦਗੀ ਕਰਨੀ ਹੈ, ਕਿਉਂ ਪਰਮਾਤਮਾ ਦੇ ਨਾਮ ਨਾਲ ਜੁੜਨਾ। ਫਿਰ ਗੱਲਾਂ ਨਹੀਂ ਸਮਝ ਆਉਂਦੀ। ਜਿੰਨਾ ਰੋਲ ਘਚੋੜਿਆ ਚ ਅੱਜ ਦਾ ਮਨੁੱਖ ਫਿਰਦਾ ਹੈ ਨਾ, ਇਹਨਾਂ ਰੋਲ ਘਚੋੜਿਆਂ ਚ ਦੇ ਰਾਹਾਂ ਚ ਰੱਬ ਨਹੀਂ ਮਿਲਦਾ। ਸੋ ਸਤਿਗੁਰੂ ਕਿਰਪਾ ਕਰੇ, ਇੰਨੀਆਂ ਵੀ ਬੇਨਤੀਆਂ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਕੀਮਾ ਬੇਸ਼ਕੀਮਤੀ ਜੀਵਨ ਹੈ। ਬੇਸ਼ਕੀਮਤੀ ਸਵਾਸ ਨੇ ਸਾਡੇ, ਇੱਕ ਵੀ ਸਵਾਸ ਕਿਸੇ ਵੀ ਕੀਮਤ ਤੇ ਨਹੀਂ ਮਿਲਣਾ।
ਤੇ ਸਾਧ ਸੰਗਤ ਸਾਡੇ ਵਰਗਾ ਆਲਸੀ ਕੌਣ ਹੋਵੇਗਾ ਵੀ ਅੱਜ ਨਹੀਂ ਕੱਲ ਤੋਂ ਨਿਤਨੇਮ ਸ਼ੁਰੂ ਕਰ ਦੇ, ਕੱਲ ਤੋਂ ਉੱਠਣਾ ਸ਼ੁਰੂ। ਏਦਾਂ ਕਰਦੇ ਕਰਦੇ ਜ਼ਿੰਦਗੀ ਅੱਧੀ ਲੰਘ ਗਈ, ਅੱਧੀ ਰਹਿ ਗਈ, ਅੱਧੀ ਹੋਰ ਲੋਕ ਝੋਲੇ ਚਲਾ ਜਾਂਦੇ। ਬਾਕੀ ਕਿਹੜੇ ਕਿ ਬੁਢੇਪਾ ਜੇ ਨਾ ਬਚਪਨ 'ਚ ਜੁੜ ਸਕਿਓ, ਨਾ ਜਵਾਨੀ 'ਚ ਜੁੜਿਓ, ਤੇ ਜੁੜਿਆ ਕਰ ਕੋ ਬੁਢੇਪੇ 'ਚ ਵੀ ਜਾਣਾ, ਕਿਉਂਕਿ ਪਰਿਸਥਿਤੀਆਂ ਇੱਦਾਂ ਦੀਆਂ ਬਣ ਜਾਣੀਆਂ ਆਲੇ ਦੁਆਲੇ। ਉਹ ਨਾਮ ਜਪਣ ਦਾ ਤੂੰ ਮਾਹੌਲ ਬਣਾਇਆ ਹੀ ਨਹੀਂ ਘਰ ਵਿੱਚ, ਘਰ ਵਿੱਚ ਬੰਦਗੀ ਕਰਨ ਦਾ, ਚੌਂਕੜਾ ਮਾਰਨ ਦਾ ਕੋਈ ਮਾਹੌਲ ਬਣਾਇਆ ਹੀ ਨਹੀਂ। ਭਾਗਾਂ ਵਾਲੇ ਪਰਿਵਾਰ ਜਿਨ੍ਹਾਂ ਨੇ ਆਪਣੇ ਪਰਿਵਾਰ, ਜਿਹਨੇ ਆਪਣੇ ਘਰਾਂ ਵਿੱਚ ਇੱਦਾਂ ਦੇ ਕਮਰੇ ਬਣਾਏ ਆ ਜਿੱਥੇ ਬਹਿ ਕੇ ਨਿਤਨੇਮ ਕਰਦੇ ਆ, ਜਿੱਥੇ ਬਹਿ ਕੇ ਬਾਣੀ ਪੜ੍ਹਦੇ ਆ, ਜਿੱਥੇ ਮੱਥਾ ਟੇਕਦੇ ਆ, ਜਿੱਥੇ ਪੋਥੀ ਸਾਹਿਬ ਪਈਆਂ, ਜਿੱਥੇ ਸਰੂਪ ਮਹਾਰਾਜ ਦੇ ਪਏ ਹੈ, ਨਿਤਨੇਮ ਬੰਦਗੀ ਹੁੰਦੀ ਹੈ। ਉੱਥੇ ਧੰਨ ਭਾਗ ਐਸੇ ਭਾਗੇ ਘਰਾਂ ਦੇ, ਇਹ ਹੋਣਾ ਚਾਹੀਦਾ। ਇਹ ਦਿਨੋਂ ਦਿਨ ਪਰਿਵਾਰ ਜਿਹੜੇ ਨੇ ਪਦਾਰਥ ਨਾਲ ਜੁੜੇ ਤੁਰੇ ਜਾਂਦੇ ਨੇ, ਪਦਾਰਥ ਦੀ ਬੜੀ ਸਮਝ ਆਉਂਦੀ ਤੁਰੀ ਜਾਂਦੀ ਹੈ, ਬਾਹਰ ਦੀ ਬੜੀ ਸਮਝ ਆਉਂਦੀ ਤੁਰੀ ਜਾਂਦੀ ਹੈ, ਪਰ ਅੰਦਰ ਦੀ ਸਮਝ ਖਤਮ ਹੁੰਦੀ। ਅੰਦਰ ਦੀ ਸਮਝ ਕਿਵੇਂ ਆਵੇ? ਜਿੰਨਾ ਚਿਰ ਨਾਮ ਨਾਲ ਨਹੀਂ ਜੁੜਿਆ ਜਾਂਦਾ ਉਹਨਾਂ ਚਿਰ ਅੰਦਰ ਦੀ ਸਮਝ ਨਹੀਂ ਆਉਂਦੀ। ਜਦੋਂ ਅੰਦਰ ਦੀ ਸਮਝ ਆਉਗੀ ਨਾ, ਅੰਦਰ ਦੀ ਸਮਝ ਆਪਣੇ ਆਪ ਹੀ ਤੁਹਾਨੂੰ ਮਜਬੂਰ ਕਰ ਦੇਗੀ ਸੱਚ ਬਾਰੇ ਸੁਣਦੀ, ਰੱਬ ਬਾਰੇ ਸੁਣਦੀ, ਰੱਬ ਦੀਆਂ ਪ੍ਰਾਪਤੀਆਂ, ਰੱਬ ਦੇ ਨਿਯਮ, ਰੱਬ ਦੇ ਨੇਮ, ਰੱਬ ਦਾ ਚੌਂਕੜਾ, ਬੰਦਗੀ, ਭਗਤੀ, ਇਹ ਸਾਰੀਆਂ ਗੱਲਾਂ ਆਪਣੇ ਆਪ ਸਮਝ ਆ ਜਾਣਗੀਆਂ। ਜਿੰਨਾ ਚਿਰ ਅੰਦਰ ਸਾਡੇ ਸਵਾਲ ਹੀ ਨਹੀਂ ਪੈਦਾ ਹੁੰਦੇ, ਜਿਨ੍ਹਾਂ ਦੇ ਸਵਾਲ ਹੀ ਸਾਡੇ ਸੰਸਾਰ ਨਾਲ ਜੁੜੇ ਆ, ਪਦਾਰਥ ਨਾਲ ਜੁੜੇ ਆ, ਮੰਗਾਂ ਨਾਲ ਜੁੜੇ ਆ, ਮਨੋਕਾਮਨਾਵਾਂ ਨਾਲ ਜੁੜੇ ਆ, ਪਰਿਵਾਰ ਨਾਲ ਜੁੜੇ ਆ, ਉਹਨਾਂ ਚਿਰ ਅੰਦਰ ਦੀ ਸਮਝ ਕਿਤੇ? ਅੰਦਰ ਦੀ ਸਮਝ ਤਾਂ ਜਦੋਂ ਬਾਅਦ ਵਿੱਚ ਲੱਗੂਗੀ, ਜਦੋਂ ਇਹ ਜੀਵਨ ਨੂੰ ਛੱਡ ਕੇ ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਕਿ ਮਾਰਗ ਪੈਰ ਧਰੀਏ ਸਿਰ ਦੀ। ਆ ਹੈ ਪਰਮਾਤਮਾ ਦਾ ਮਾਰਗ, ਜਿਹਨੇ ਬੰਦਗੀ ਵਾਲੇ ਪਾਸੇ ਆਉਣਾ ਹੋਵੇ ਇਸ ਮਾਰਗ ਤੋਂ ਨਾ ਕਰ। ਸੋ ਜਿਵੇਂ ਜਿਵੇਂ ਅਸੀਂ ਵਾਹਿਗੁਰੂ ਸ਼ਬਦ ਦਾ ਜਾਪ ਕਰਾਂਗੇ, ਤਿਵੇਂ ਤਿਵੇਂ ਅੰਦਰ ਦੀ ਸਮਝ ਆਏਗੀ। ਜਿਵੇਂ ਜਿਵੇਂ ਅੰਦਰ ਦੀ ਸਮਝ ਆਏਗੀ, ਤਿਵੇਂ ਤਿਵੇਂ ਸੁਣਨ ਵਾਸਤੇ ਆਪਣੇ ਆਪ ਪ੍ਰਸਥਿਤੀਆਂ ਤੁਹਾਡੇ ਅਨੁਕੂਲ ਹੋ ਜਾਣਗੀਆਂ। ਜੋ ਜੋ ਸੁਣਨਾ, ਜਿਵੇਂ ਜਿਵੇਂ ਸੁਣਨਾ, ਆਪਣੇ ਆਪ ਤੁਹਾਡੇ ਨੂੰ ਪ੍ਰਬੰਧ ਹੁੰਦਾ ਤੁਰਿਆ ਜਾਏਗਾ। ਤੁਹਾਡੇ ਅੰਦਰ ਭੁੱਖ ਹੋਣੀ ਚਾਹੀਦੀ ਹੈ ਕਿ ਪ੍ਰਾਪਤੀ ਕਰਨੀ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਜ਼ਰੂਰ ਆਪਦੇ ਇਸ ਕੀਮਤੀ ਜਨਮ ਨੂੰ, ਕੀਮਤੀ ਸਵਾਸਾਂ ਨੂੰ ਅਜਾਈ ਗਵਾਉਣ ਦੀ ਅਜਾ ਇਹ ਜੀਵਨ ਵਿੱਚ ਸਮਝਣ ਦਾ ਜ਼ਰੂਰ ਯਤਨ ਕਰ ਲਿਓ। ਇਹ ਜੀਵਨ ਸਾਡਾ ਕਿੰਨਾ ਕੁ ਕੀਮਤੀ ਹੈ, ਸਾਨੂੰ ਕਿਸ ਪਾਸੇ ਲਾਉਣਾ ਚਾਹੀਦਾ ਸੀ, ਕਿਸ ਪਾਸੇ ਅਸੀਂ ਲਾਇਆ। ਇਹ ਕਿ ਆਉਣ ਵਾਲੇ ਦਿਨਾਂ 'ਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਨੂੰ ਲੈ ਕੇ ਆਪਾਂ ਅਗਲੇ ਜੀਵਨ ਨੂੰ ਵੀ ਨਾਲੇ ਸਮਝਣ ਦਾ ਯਤਨ ਕਰਾਂਗੇ, ਨਾਲੇ ਜੁੜਨ ਵਾਸਤੇ ਕੋਸ਼ਿਸ਼ ਕਰਾਂਗੇ। ਆਓ ਪ੍ਰੇਮ ਸਹਿਤ 2 ਮਿੰਟ ਵਾਹਿਗੁਰੂ ਸ਼ਬਦ ਦੀ ਹਾਜ਼ਰੀ ਭਰੀਏ, ਜੁੜੀਏ 2 ਮਿੰਟ। ਮੈਂ ਵਾਰ-ਵਾਰ ਬੇਨਤੀ ਕਰਦਾ, ਮੈਂ ਸੁਰਤੀ ਹੈ ਰੁਕ ਜਾਣੀ ਚਾਹੀਦੀ ਹੈ, ਬਿਲਕੁਲ ਸੋਚਾਂ ਖਤਮ ਹੋ ਜਾਣੀਆਂ ਚਾਹੀਦੀਆਂ ਨੇ, ਬਿਲਕੁਲ ਸੁਰਤੀ ਸ਼ਾਂਤ ਚਿੱਤ। ਵਾਹਿਗੁਰੂ ਵਾਹਿਗੁਰੂ। ਜਿਸ ਰਸਨਾ ਦੇ ਨਾਲ ਇਹ ਸ਼ਬਦ ਨੂੰ ਬੋਲਿਆ ਗਿਆ, ਬਿਲਕੁਲ ਆਪਣੇ ਕੰਨਾਂ ਨੂੰ ਏਦਾਂ ਜਿਵੇਂ ਉਹ ਬਣਾ ਕੇ ਲਾ ਲੈਂਦਾ ਨਾ, ਕਿ ਇਵੇਂ ਉਹ ਬਣਾ ਕੇ ਲਾਣਾ ਵੀ ਮਤਾ ਇਹ ਸ਼ਬਦ ਮੇਰੇ ਕੰਨਾਂ 'ਚ ਨਾ ਪਵੇ। ਬਹੁਤੀ ਵਾਰੀ ਕੀ ਹੁੰਦਾ ਹੈ, ਬੋਲੀ ਅਸੀਂ ਜਾਣੇ ਹੁੰਦੇ ਹਾਂ ਪਰ ਆਪ ਨਹੀਂ ਸੁਣਦੇ। ਜਿਹੜੇ ਬੈਠੇ ਬਾਕੀ ਸੰਗੀ ਜਿਹੜੇ ਬੈਠੇ ਹੁੰਦੇ ਉਹ ਸੁਣੀ ਜਾਂਦੇ, ਪਰ ਇਹ ਵਿਸ਼ਾ ਕਿਸੇ ਨੂੰ ਸੁਣਾਉਣ ਦਾ ਨਹੀਂ ਹੈ, ਇਹ ਆਪਣੇ ਆਪ ਨੂੰ ਸੁਣਾਉਣਾ। ਪਹਿਲਾਂ ਆਪਣੇ ਆਪ ਨੂੰ ਸੁਣਾਉਣ ਵਾਸਤੇ ਉੱਚੀ ਬੋਲਣਾ ਪਏਗਾ।
कई साल उच्ची बोलते चलोगे ना वाहिगुरु वाहिगुरु 15-15 20 मिनट फिर अद्धा घंटा घंटा 2 घंटे फिर विच समा आएगा कई घंटे अपने आप लंघी जाएंगे थोड़ा पता नहीं लगेगा इधर चलते समा है ना फिर अंदर अपने आप चलता ये कदों किवें चलता है कदों चलता है ये किसी को समझ नहीं अज तक आया ना होना क्योंकि कुल गुरु नानक की कृपा वरतती है जिमें जिमें कृपा वरतती है ना जिमें जिमें अंदर जा भी चली जाते हैं तो अगला जीवन भी चली जाता है सो सतगुरु सच्चे पातशाह कृपा करना असी अपने अंदर नाल जुड़ सकीए खास बेनती है कि असी अपने आप नाल जुड़ीए जो साड़ी सुरती में है ना बड़े सारे रोड़ भजोड़े लोगों के चुके फिरते हैं रिश्तेदारियां के चुके फिरते हैं ये पंजाली में छड़ते हुए जो ही छड़ दोगे महा सुखी हो जाओगे जिन्ना चर ये नहीं ना छड़ते उन्ना चर जिन्ना मर्जी आप सत्संग कर लीए या होर जड़ियाँ मैं इदा नहीं विनती करता भी धर्म के कितने कर्म हो कोई फायदा नहीं ऐसा भी नहीं है जो जुड़े रहोगे तो टूटन के चांस घट रहे जो टूट जाओगे तो फिर टुटना औखा है सो इस वास्ते तो अंदर की भुख है जिमें जिमें समझ आती है ना तिवें तिवें अगों सवालों के हल जोड़े परमात्मा आप कर देते हैं सो सच्चे पातशाह जी कृपा करना जदों आप इदा जुड़ना है ना बिल्कुल खाली व्यक्ति होवे ते अपने जाप के नाल ही जुड़ना है भावें मैनू पता वार वार व्यक्ति मोड़ के लाना पेगा बार बार बोलना पेगा बार बार सुनने का यत्न करना पेगा बार बार सुनती जाएगी बार बार मुड़ के लाना पेगा धन जी उत्ते को जग में मुक्ते हर चित्त में युद्ध विचारे आ युद्ध है युद्ध करता रहे सुरती में जुड़न का वाहिगुरु वाहिगुरु जपता रहे फिर एक दिन मन की कृपा के नाल उस समय सुभागा आ जाता जो सुरत ते शब्द जुड़ जाती है फिर उस बाद आनंद लैन वाले अपना अपना मौज मुताबिक वाहिगुरु के शब्द का आनंद लेते आओ आप 2 मिनट हाजरी भर के अभ्यास करते हुए खिमा के जाचक होइए होइए फुलां दी खिमा प्यार में पड़े जी सारे वाहिगुरु 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 वाहिगुरु